ਕਵਿਤਾ ਨੂੰ ਪਿਆਰ ਕਰਨ ਵਾਲਿਓ, ਕਵਿਤਾ ਦੇ ਵਿਦਿਆਰਥੀਓ, ਅੱਜ ਜਿਸ ਵਿਸ਼ੇ 'ਤੇ ਅਸੀਂ ਗੱਲ ਕਰਨੀ ਆ ਉਹ ਗੱਲ ਕਰਨੀ ਹੈਗੀ ਆ ਕਾਵਿ ਸਿਧਾਂਤ ਪੁਸਤਕ ਵਿੱਚ ਦਰਜ ਪ੍ਰੋਫੈਸਰ ਹਰਭਜਨ ਸਿੰਘ ਦੇ ਲੇਖ ਕਵਿਤਾ ਦੀ ਰੂਪ ਸਿਰਜਣਾ ਬਾਰੇ। ਇਹ ਲੇਖ ਪਹਿਲੀ ਵਾਰੀ ਪਾਰਗਾਮੀ ਦੇ ਵਿੱਚ ਛਪਿਆ ਸੀ। ਇਹ ਲੇਖ ਕਈ ਪੱਖਾਂ ਤੋਂ ਮਹੱਤਵਪੂਰਨ ਹੈ। ਸਭ ਤੋਂ ਪਹਿਲੀ ਗੱਲ ਕਿ ਹਰਭਜਨ ਸਿੰਘ ਸਾਡੇ ਆਧੁਨਿਕ ਕਵਿਤਾ ਦੇ ਵਿੱਚ ਮਹੱਤਵਪੂਰਨ ਸਥਾਨ ਰੱਖਦੇ ਆ ਆਪਣੀਆਂ ਕਾਵਿ ਰਚਨਾਵਾਂ ਕਰਕੇ। ਦੂਸਰਾ ਇਹ ਕਿ ਪੰਜਾਬੀ ਆਲੋਚਨਾ ਦੇ ਵਿੱਚ ਹਰਭਜਨ ਸਿੰਘ ਦਾ ਇੱਕ ਵਿਲੱਖਣ ਸਥਾਨ ਆ ਅਤੇ ਉਹਨਾਂ ਨੂੰ ਅਕਸਰ ਰੂਪਵਾਦੀ ਧਾਰਾ ਨਾਲ, ਸੰਰਚਨਾਵਾਦੀ ਧਾਰਾ ਨਾਲ ਜੋੜਿਆ ਜਾਂਦਾ। ਇਹ ਜਿਹੜਾ ਇਹਨਾਂ ਦਾ ਲੇਖ ਆ ਇਹ ਬੜਾ ਮਹੱਤਵਪੂਰਨ ਲੇਖ ਆ, ਕਿਉਂਕਿ ਇਹ ਲੇਖ ਕਈ ਗੱਲਾਂ ਨਵੀਆਂ ਕਰਦਾ ਅਤੇ ਆਪਣੀ ਜਿਹੜੀ ਸਮਕਾਲੀ ਪੰਜਾਬੀ ਕਾਵਿ ਆਲੋਚਨਾ ਸੀ ਉਸ ਨਾਲ ਵੀ ਸੰਵਾਦ ਰਚਾਉਂਦਾ ਅਤੇ ਉਸ ਤੋਂ ਵੀ ਅੱਗੇ ਇਹ ਜਿਹੜੇ ਆਪਣੇ ਸਮਕਾਲੀ ਕਵੀ ਸੀਗੇ ਉਹਨਾਂ ਨਾਲ ਵੀ ਸੰਵਾਦ ਰਚਾਉਂਦਾ। ਬੁਨਿਆਦੀ ਤੌਰ 'ਤੇ ਇਸ ਲੇਖ ਨੂੰ ਸਮਝਣ ਦੇ ਲਈ ਸਭ ਤੋਂ ਪਹਿਲਾਂ ਤਾਂ ਇਸ ਲੇਖ ਦੀ ਪੜ੍ਹਤ ਜ਼ਰੂਰੀ ਆ। ਲੇਖ ਨੂੰ ਪੜ੍ਹਨ ਤੋਂ ਬਾਅਦ ਸਾਨੂੰ ਪਤਾ ਚੱਲਦਾ ਹੈ ਕਿ ਜਿਹੜੀ ਗੱਲ ਇਸ ਲੇਖ ਵਿੱਚ ਹਰਭਜਨ ਸਿੰਘ ਉਠਾਉਂਦਾ, ਸਭ ਤੋਂ ਪਹਿਲੀ ਗੱਲ ਕਿ ਕਵਿਤਾ ਅਤੇ ਵਾਰਤਕ ਦੇ ਵਿੱਚ ਜਿਹੜਾ ਨਿਖੇੜਾ ਹੈ ਉਹਦਾ ਆਧਾਰ ਕੀ ਹੈ। ਆਮ ਕਰਕੇ ਕਵਿਤਾ ਅਤੇ ਵਾਰਤਕ ਦੇ ਵਿੱਚ ਜਦੋਂ ਅਸੀਂ ਨਿਖੇੜਾ ਕਰਦੇ ਹਾਂ ਤਾਂ ਅਸੀਂ ਅਕਸਰ ਕਹਿੰਦੇ ਹਾਂ ਕਿ ਕਵਿਤਾ ਦੇ ਵਿੱਚ ਛੰਦ ਹੁੰਦਾ, ਵਾਰਤਕ ਵਿੱਚ ਛੰਦ ਨਹੀਂ ਹੁੰਦਾ। ਕਵਿਤਾ ਦੇ ਵਿੱਚ ਤੋਲ ਤਕਾਂਤ ਹੁੰਦਾ ਜਿਹੜਾ ਕਿ ਵਾਰਤਕ ਦੇ ਵਿੱਚ ਨਹੀਂ ਹੁੰਦਾ। ਕਵਿਤਾ ਜਿਹੜੀ ਹੈਗੀ ਆ ਉਹਦੇ ਵਿੱਚ ਬਿੰਬ, ਪ੍ਰਤੀਕ, ਅਲੰਕਾਰ ਹੁੰਦੇ ਆ, ਜਦੋਂ ਕਿ ਜਿਹੜੀ ਵਾਰਤਕ ਆ ਉਹਦੇ ਵਿੱਚ ਬਿੰਬ, ਪ੍ਰਤੀਕ, ਅਲੰਕਾਰ ਨਹੀਂ ਵਰਤੇ ਜਾਂਦੇ। ਇਸ ਤੋਂ ਇਲਾਵਾ ਜਿਹੜੀ ਕਵਿਤਾ ਉਹਦੇ ਵਿੱਚ ਕਲਪਨਾ ਹੁੰਦੀ ਆ, ਵਿਚਾਰ ਹੁੰਦੇ ਆ, ਭਾਵ ਹੁੰਦੇ ਆ, ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਇਹ ਜਿਹੜੀਆਂ ਚੀਜ਼ਾਂ ਇਹ ਤਾਂ ਵਾਰਤਕ ਵਿੱਚ ਵੀ ਹੁੰਦੀਆਂ। ਤਾਂ ਬੁਨਿਆਦੀ ਨਿਖੇੜਾ ਇਸ ਗੱਲ 'ਤੇ ਆ ਖੜ੍ਹਦਾ ਹੈ ਕਿ ਕਵਿਤਾ ਅਤੇ ਵਾਰਤਕ ਵਿੱਚ ਫਰਕ ਇਹ ਆ ਕਿ ਕਵਿਤਾ ਜਿਹੜੀ ਉਹ ਕੁਝ ਵਿਸ਼ੇਸ਼ ਭਾਸ਼ਕ ਜੁਗਤਾਂ ਵਰਤੀ ਆ ਜਿਹਦੇ ਕਾਰਨ ਕਰਕੇ ਉਹ ਕਵਿਤਾ ਅਤੇ ਉਹਦੇ ਵਿੱਚ ਛੰਦ ਹੋ ਗਿਆ ਜਾਂ ਬਿੰਬ ਹੋ ਗਏ ਜਾਂ ਅਲੰਕਾਰ ਹੋ ਗਏ, ਉਹ ਪ੍ਰਮੁੱਖਤਾ ਧਾਰਨ ਕਰ ਜਾਂਦੇ ਆ। ਹਰਭਜਨ ਸਿੰਘ ਇਸ ਬੁਨਿਆਦੀ ਨਿਖੇੜੇ ਉੱਤੇ ਹੀ ਸਭ ਤੋਂ ਪਹਿਲਾਂ ਹਮਲਾ ਕਰਦਾ ਹੈ। ਉਹ ਕਹਿੰਦਾ ਕਿ ਇਹ ਗੱਲ ਠੀਕ ਨਹੀਂ ਆ, ਕਵਿਤਾ ਅਤੇ ਵਾਰਤਕ ਦਾ ਜਿਹੜਾ ਨਿਖੇੜਾ ਹੈ ਉਹ ਇਸ ਢੰਗ ਨਾਲ ਨਹੀਂ ਕਰਨਾ ਚਾਹੀਦਾ। ਅਤੇ ਉਹ ਕਹਿੰਦਾ ਕਿ ਜਿਹੜਾ ਇਹਨਾਂ ਦੋਹਾਂ ਦੇ ਵਿੱਚ ਨਿਖੇੜਾ ਹੈ ਉਹ ਨਿਖੇੜਾ ਕਹਿੰਦਾ ਕਿ ਕਵਿਤਾ ਜਿਹੜੀ ਉਹ ਜ਼ਿੰਦਗੀ ਦਾ ਸਿੱਧਾ ਸਾਦਾ ਪ੍ਰਗਟਾਓ ਨਹੀਂ ਆ। ਜਿਹੜੀ ਕਵਿਤਾ ਹੈ ਉਹ ਵਾਰਤਕ ਨੂੰ ਭਾਸ਼ਕ ਜੁਗਤਾਂ ਦੀ ਮਦਦ ਨਾਲ ਕਵਿਤਾ ਦੇ ਵਿੱਚ ਪਲਟਣਾ ਨਹੀਂ ਆ, ਸਗੋਂ ਜਿਹੜੀ ਕਵਿਤਾ ਹੈ ਉਹ ਤਾਂ ਸਿਰਜਣਾ ਹੈ। ਜਿਹੜੀ ਕਵਿਤਾ ਹੈ ਉਹ ਸਿੱਧਾ ਪ੍ਰਗਟਾ ਨਹੀਂ ਆ, ਉਹ ਸਿਰਜਣਾ ਹੈ। ਹੁਣ ਸਿਰਜਣਾ ਕੀ ਹੈ? ਸਿਰਜਣਾ ਦੇ ਲਈ ਉਹ ਇੱਕ ਉਦਾਹਰਨ ਦਿੰਦਾ। ਉਦਾਹਰਨ ਉਹ ਚੁਣਦਾ ਹੈ ਕਿ ਜਿਹੜੀ ਸਾਡੀ ਸਭ ਤੋਂ ਵੱਧ ਪ੍ਰਵਾਨਿਤ ਮੱਧਕਾਲੀ ਰਚਨਾ ਹੈਗੀ ਆ ਹੀਰ ਰਾਂਝੇ ਦਾ ਜਿਹੜਾ ਕਿੱਸਾ ਹੈ, ਵਾਰਿਸ ਸ਼ਾਹ ਨੇ ਲਿਖਿਆ, ਅਤੇ ਵਾਰਿਸ ਸ਼ਾਹ ਦੇ ਵੀ ਜਿਹੜਾ ਪਹਿਲਾ ਬੰਦ ਆ ਉਹਨੂੰ ਆਧਾਰ ਬਣਾਉਂਦਾ ਕਿ ਇਹ ਜਿਹੜਾ ਪਹਿਲਾ ਬੰਦ ਆ ਇਸ ਬੰਦ ਦੇ ਵਿੱਚ ਨਵੀਂ ਗੱਲ ਕੀ ਹੈ? ਕੋਈ ਨਵੀਂ ਗੱਲ ਨਹੀਂ ਗੀ। ਉਹ ਕਹਿੰਦਾ ਕਿ ਇਹਦੇ ਵਿੱਚ ਤਾਂ ਸਿਰਫ ਵਾਰਿਸ ਸ਼ਾਹ ਨੇ ਕੀ ਕੀਤਾ ਕਿ ਇੱਕ ਜਿਹੜਾ ਪ੍ਰਵਾਨਿਤ ਸੱਚ ਹੈਗਾ ਉਸ ਨੂੰ ਕਾਵਿਬੱਧ ਕਰਦਿਆਂ ਛੰਦ ਵਿੱਚ ਬੰਨ੍ਹ ਦਿੱਤਾ, ਤੋਲ ਤਕਾਂਤ 'ਚ ਬੰਨ੍ਹ ਦਿੱਤਾ। ਤਾਂ ਇਸ ਨੂੰ ਉਹ ਕਹਿੰਦਾ ਕਿ ਇਹ ਸਿਰਜਣਾ ਨਹੀਂ ਆ, ਇਹ ਤਾਂ ਪ੍ਰਗਟਾਓ ਆ। ਹਰਭਜਨ ਸਿੰਘ ਮੱਧਕਾਲੀ ਕਵਿਤਾ 'ਤੇ ਇਹ ਦੋਸ਼ ਲਾਉਂਦਾ ਹੈ ਕਿ ਮੱਧਕਾਲੀ ਕਵਿਤਾ ਕੁਝ ਨਵਾਂ ਨਹੀਂ ਸਿਰਜਦੀ, ਸਿਰਫ ਪੁਰਾਣੇ ਦਾ ਹੀ ਦੁਬਾਰਾ ਦੁਹਰਾਓ ਕਰਦੀ ਹੈ। ਤਾਂ ਉਸ ਦੁਹਰਾਓ 'ਤੇ ਜਿਹੜੀ ਮੱਧਕਾਲੀ ਕਵਿਤਾ ਹੈ ਉਹ ਜ਼ੋਰ ਦਿੰਦੀ ਹੈ। ਅਤੇ ਉਹ ਕਹਿੰਦਾ ਕਿ ਜਿਹੜਾ ਜ਼ੋਰ ਦੇਣ ਵਾਲੀ ਗੱਲ ਸੀਗੀ ਉਹ ਜਿਹੜਾ ਧਾਰਮਿਕਤਾ ਹੈ
ਉਹ ਠਹਿਰਾਓ ਪੈਦਾ ਕਰਦੀ ਹੈ, ਨਵੀਨਤਾ ਦੀ ਦੁਸ਼ਮਣ। ਉਹ ਕਹਿੰਦੀ ਕਿ ਕਹਿੰਦਾ ਹੈ ਕਿ ਤਾਂ ਅਣ ਇਤਿਹਾਸਿਕ ਆ ਇਹ ਕਵਿਤਾ ਹੈ ਜਿਹੜੀ ਭਾਵੇਂ ਇਤਿਹਾਸ ਦੀ ਪੈਦਾਵਾਰ ਆ, ਪਰ ਆਪਣੇ ਆਪ ਦੇ ਵਿੱਚ ਇਹ ਅਣ ਇਤਿਹਾਸਿਕ ਆ, ਕਿਉਂਕਿ ਇਹਦੇ ਵਿੱਚ ਕੋਈ ਵਿਕਾਸ ਨਹੀਂ ਨਜ਼ਰ ਆਉਂਦਾ, ਇਹਦੇ ਵਿੱਚ ਕੋਈ ਇੱਕ ਤਰ੍ਹਾਂ ਦਾ ਬਦਲਾਓ ਜਾਂ ਪਰਿਵਰਤਨ ਦੀ ਗੱਲ ਨਹੀਂ। ਤੇ ਇਹਦੇ ਲਈ ਫਿਰ ਅੱਗੇ ਉਦਾਹਰਨਾਂ ਲੈਂਦਾ ਹੈਗਾ। ਇੱਕ ਤਾਂ ਉਦਾਹਰਨ ਲੈਂਦਾ ਹੈਗਾ ਉਹ ਬਾਬਾ ਫਰੀਦ ਦੇ ਸ਼ਲੋਕ ਦੀ, ਦੂਸਰੇ ਪਾਸੇ ਉਦਾਹਰਨ ਲੈਂਦਾ ਭਾਈ ਵੀਰ ਸਿੰਘ ਦੀ। ਕਹਿੰਦਾ ਦੋਹਾਂ ਵਿੱਚ ਬੁਨਿਆਦੀ ਤੌਰ 'ਤੇ ਕੋਈ ਫਰਕ ਨਹੀਂ, ਦੋਵੇਂ ਹੀ ਜਿਹੜੀ ਗੱਲ ਪਹਿਲਾਂ ਪ੍ਰਵਾਨ ਆ ਉਸੇ ਨੂੰ ਹੀ ਦੁਬਾਰਾ ਕਹਿ ਰਹੇ ਆ, ਜਿਹੜੀ ਗੱਲ ਪਹਿਲਾਂ ਕਥੀ ਜਾ ਚੁੱਕੀ ਆ, ਜਿਹੜੀ ਗੱਲ ਸਰਬ ਪ੍ਰਵਾਨਿਤ ਆ ਉਸੇ ਨੂੰ ਹੀ ਦੁਬਾਰਾ ਕੱਥ ਰਹੇ ਨੇ। ਇਸ ਕਰਕੇ ਕਹਿੰਦਾ ਕਿ ਇਹਨਾਂ ਵਿੱਚ ਨਾ ਤਾਂ ਨਵੀਨਤਾ ਹੈ ਅਤੇ ਨਾ ਹੀ ਕਾਵ ਦੀ ਸਿਰਜਣਾ ਹੈ। ਇਹ ਗੱਲ ਬੜੀ ਮਹੱਤਵਪੂਰਨ ਆ ਕਿ ਇਹ ਬਹੁਤ ਵੱਡਾ ਇੱਕ ਤਰ੍ਹਾਂ ਦਾ ਦੋਸ਼ ਆ। ਉਸ ਤੋਂ ਅੱਗੇ ਉਹ ਜਾ ਕੇ ਜਿਸ ਗੱਲ 'ਤੇ ਜ਼ੋਰ ਦਿੰਦਾ ਹੈ, ਉਹ ਜ਼ੋਰ ਦਿੰਦਾ ਹੈ ਕਿ ਜਿਹੜਾ ਪ੍ਰੋਫੈਸਰ ਮੋਹਨ ਸਿੰਘ ਆ ਉਸ ਦੀ ਕਵਿਤਾ ਨੂੰ ਕਹਿੰਦਾ ਕਿ ਮੋਹਨ ਸਿੰਘ ਦੀ ਜਿਹੜੀ ਕਵਿਤਾ ਹੈ ਉਹਦੇ ਵਿੱਚ ਅਨੁਭਵ ਦੀ ਮੌਲਿਕਤਾ ਨਹੀਂ ਆ, ਅਨੁਭਵ ਦੀ ਮੌਲਿਕਤਾ ਨਹੀਂ ਆ। ਜੋ ਬਾਬਾ ਫਰੀਦ ਤੋਂ ਲੈ ਕੇ ਭਾਈ ਵੀਰ ਸਿੰਘ ਤੱਕ ਧਾਰਮਿਕਤਾ ਦੇ ਆਧਾਰ ਕਾਰਨ ਕਰਕੇ ਪਰਿਵਰਤਨ ਨਹੀਂ ਆ। ਅੱਗੇ ਉਹ ਫਿਰ ਮੋਹਨ ਸਿੰਘ ਨੂੰ, ਸ਼ਿਵ ਕੁਮਾਰ ਨੂੰ ਅਤੇ ਅੰਮ੍ਰਿਤਾ ਪ੍ਰੀਤਮ ਨੂੰ ਵੀ ਉਸੇ ਲਪੇਟੇ ਵਿੱਚ ਲੈ ਲੈਂਦਾ। ਉਹ ਕਹਿੰਦਾ ਕਿ ਬਹੁਤ ਪ੍ਰਸਿੱਧ ਕਵਿਤਾ ਹੈਗੀ ਆ, ਬਾਬਾ ਤੇਰਾ ਵਤਨ ਵੀਰਾਨ ਹੋ ਗਿਆ, ਦੇਸ਼ ਵੰਡ 'ਤੇ ਲਿਖੀ। ਉਹ ਉਸ ਦੇ ਹਵਾਲੇ ਨਾਲ ਕਹਿੰਦਾ ਕਿ ਗੱਲ ਤਾਂ ਨਿਬੜ ਗਈ ਕਿ ਬਾਬਾ ਤੇਰਾ ਵਤਨ ਵੀਰਾਨ ਹੋ ਗਿਆ, ਬਾਕੀ ਸਾਰੀ ਕਵਿਤਾ ਕੀ ਆ? ਤੇ ਉਹ ਕਹਿੰਦਾ ਬਾਕੀ ਸਾਰੀ ਕਵਿਤਾ ਉਸੇ ਦਾ ਦੁਹਰਾਓ ਆ, ਉਸੇ ਦਾ ਵਿਸਤਾਰ ਆ, ਸਿਰਫ ਭਾਸ਼ਕ ਜੁਗਤਾਂ ਨਵੀਆਂ ਨਵੀਆਂ ਵਰਤੀਆਂ। ਤਾਂ ਉਹ ਅੱਗੇ ਫਿਰ ਇਹ ਕਹਿੰਦਾ ਕਿ ਕਵਿਤਾ ਵਿਕਾਸ ਨਹੀਂ ਕਰਦੀ, ਕਵਿਤਾ ਨਵੇਂ ਵਿਚਾਰ ਨਹੀਂ ਲੈ ਕੇ ਆਉਂਦੀ, ਪਹਿਲਾਂ ਪੇਸ਼ ਵਿਚਾਰ ਨੂੰ ਹੀ ਦਰੜਾਉਂਦੀ ਰਹਿੰਦੀ ਹੈ। ਤਾਂ ਉਹਦੇ ਕਾਰਨ ਕਰਕੇ ਕੀ ਹੈ? ਉਹ ਕਹਿੰਦਾ ਹੈ ਕਿ ਕਵਿਤਾ ਜਿੱਥੇ ਜਾ ਕੇ ਵਿਚਾਰ ਮੁੱਕਦਾ ਹੈ ਜਾਂ ਨਵਾਂ ਵਿਚਾਰ ਪੈਦਾ ਹੁੰਦਾ ਉੱਥੇ ਨਹੀਂ ਖਤਮ ਹੁੰਦੀ। ਕਵਿਤਾ ਉੱਥੇ ਖਤਮ ਹੁੰਦੀ ਹੈ ਜਿੱਥੇ ਮੋਹਨ ਸਿੰਘ ਦੀ ਸ਼ਿਲਪ ਯੋਗਤਾ ਖਤਮ ਹੋ ਜਾਂਦੀ, ਕਿ ਜਿੱਥੇ ਉਹਦੇ ਕੋਲੇ ਨਵਾਂ ਕੋਈ ਸ਼ਿਲਪੀ ਕਲਾਬਾਜ਼ੀ ਦਿਖਾਉਣ ਲਈ, ਕੋਈ ਨਵੀਂ ਕਲਾਤਮਕ ਜੁਗਤ ਦਿਖਾਉਣ ਲਈ ਨਹੀਂ ਰਹਿੰਦੀ, ਉੱਥੇ ਜਾ ਕੇ ਕਵਿਤਾ ਖਤਮ ਹੋ ਜਾਂਦੀ ਹੈ। ਤਾਂ ਫਿਰ ਇਸ ਨਾਲ ਉਹ ਅੱਗੇ ਜਾ ਕੇ ਫਿਰ ਕਹਿੰਦਾ ਹੈ ਕਿ ਸ਼ਿਵ ਕੁਮਾਰ ਵੀ ਇੱਕੋ ਹੀ ਉਹਦੇ ਕੋਲੇ ਭਾਵ ਆ, ਉਸੇ ਭਾਵ ਨੂੰ ਕਥਨ ਲਈ ਉਹ ਵਿਭਿੰਨ ਕਾਵ, ਰੂਪਕ, ਬਿੰਬ, ਅਲੰਕਾਰ, ਪ੍ਰਤੀਕ ਵਰਤੀ ਜਾਂਦਾ। ਅਤੇ ਆਖਰ 'ਤੇ ਫਿਰ ਉਹ ਅੰਮ੍ਰਿਤਾ ਪ੍ਰੀਤਮ ਨੂੰ ਵੀ ਇਸੇ ਰੰਗ ਦੇ ਵਿੱਚ ਹੀ ਰੰਗ ਦਿੰਦਾ ਕਿ ਅੰਮ੍ਰਿਤਾ ਪ੍ਰੀਤਮ ਹੈ ਜਿਹੜੀ ਉਹ ਮੱਧਕਾਲੀ ਜਿਹੜੇ ਮੁਹਾਵਰਾ, ਮੱਧਕਾਲੀ ਸੰਵੇਦਨਾ ਅਤੇ ਮੱਧਕਾਲੀ ਚੇਤਨਾ ਨੂੰ ਦਰਸਾਉਂਦੀ ਹੈ। ਜਨਮ ਜਲੀ ਕਿ ਜਨਮ ਜਲੀ ਨੂੰ ਹੀ ਉਹ ਕਾਟੇ ਹੇਠ ਲੈ ਲੈਂਦਾ ਕਿ ਸ਼ਬਦ ਨੂੰ ਹੀ। ਅਸਲ ਦੇ ਵਿੱਚ ਉਹ ਇੱਕ ਪਾਸੇ ਤਾਂ ਮੱਧਕਾਲੀ ਕਵਿਤਾ ਨੂੰ ਧਾਰਮਿਕ ਕਵਿਤਾ, ਠਹਿਰਾਓ ਦੀ ਕਵਿਤਾ ਅਤੇ ਸ਼ਿਲਪੀ ਜੁਗਤਾਂ ਦੀ ਕਵਿਤਾ ਕਹਿ ਕੇ ਰੱਦ ਕਰਦਾ। ਆਧੁਨਿਕ ਕਵੀਆਂ ਦੇ ਵਿੱਚ ਮੋਹਨ ਸਿੰਘ ਨੂੰ, ਭਾਈ ਵੀਰ ਸਿੰਘ ਨੂੰ, ਅੰਮ੍ਰਿਤਾ ਪ੍ਰੀਤਮ ਨੂੰ, ਸ਼ਿਵ ਕੁਮਾਰ ਨੂੰ ਰੱਦ ਕਰਦਾ। ਨਾਲ ਦੀ ਨਾਲ ਹੀ ਇਸ ਕਵਿਤਾ ਨੂੰ ਚੰਗਿਆਂ ਕਹਿਣ ਵਾਲੀ ਉਹ ਸੇਖੋਂ ਲੋਚਨਾ ਨੂੰ, ਸੰਤ ਸਿੰਘ ਸੇਖੋਂ ਦੀ ਲੋਚਨਾ ਵੀ ਕਹਿ ਦਿੰਦਾ ਕਿ ਇਹ ਵੀ ਪ੍ਰਗਤੀਵਾਦੀ ਮਖੌਟੇ ਅਧੀਨ ਇਹ ਪ੍ਰਤੀਗਾਮੀ ਸਥਿਰ ਕਵਿਤਾ ਦੇ ਜਿਹਨੂੰ ਕਹਿ ਸਕਦੇ ਹਾਂ ਕਿ ਪ੍ਰਚਾਰਕ ਬਣ ਗਏ। ਅਤੇ ਇਸ ਤਰ੍ਹਾਂ ਉਹ ਸੇਖੋਂ ਨੂੰ ਵੀ ਆਪਦੀ ਕਾਟੇ ਹੇਠ ਲੈ ਲੈਂਦਾ। ਤਾਂ ਮੁੱਖ ਤੌਰ 'ਤੇ ਉਹਦਾ ਜ਼ੋਰ ਆ ਕਿ ਜਿਹੜੀ ਕਵਿਤਾ ਹੈ ਉਹ ਪ੍ਰਗਟਾਓ ਨਹੀਂ, ਨਾ ਤਾਂ ਇਹ ਜ਼ਿੰਦਗੀ ਦਾ ਪ੍ਰਗਟਾਓ ਆ, ਨਾ ਹੀ ਇਹ ਵਾਰਤਕ ਦੇ ਕਿਸੇ ਟੁਕੜੇ ਦਾ ਪ੍ਰਗਟਾਓ ਆ। ਜਿਹੜੀ ਕਵਿਤਾ ਹੈ ਇਹ ਤਾਂ ਸਿਰਜਣਾ ਹੈ, ਅਤੇ ਇਹਦੇ ਲਈ ਜ਼ਰੂਰੀ ਨਹੀਂ ਕਿ ਤੁਸੀਂ ਕਥੇ ਕੱਥ ਨੂੰ, ਪ੍ਰਵਾਨਿਤ ਸੱਚ ਨੂੰ ਦੁਬਾਰਾ ਪੇਸ਼ ਕਰੋ, ਸਗੋਂ ਇੱਕ ਉਹਦੇ ਵਿੱਚ ਨਵਾਂ ਵਿਚਾਰ ਵਿਗਸਣਾ ਚਾਹੀਦਾ, ਨਵੇਂ ਵਿਚਾਰ ਪੈਦਾ ਹੋਣੇ ਚਾਹੀਦੇ ਆ, ਕਲਪਨਾ ਲਈ ਉਹਦੇ ਵਿੱਚ ਥਾਂ ਹੋਣੀ ਚਾਹੀਦੀ ਆ, ਕਲਪਨਾ ਜਿਹੜੀ ਉਹ ਉੱਪਰ ਨੂੰ ਉੱਠਣੀ ਚਾਹੀਦੀ ਆ। ਇਹ ਗੱਲ 'ਤੇ ਉਹ ਹਰਭਜਨ ਸਿੰਘ ਬਹੁਤ ਜ਼ੋਰ ਦਿੰਦਾ। ਅਤੇ ਅੱਗੇ ਜਾ ਕੇ ਫਿਰ ਉਹ ਕਹਿੰਦਾ ਕਿ ਸਾਰੀ ਕਵਿਤਾ ਨੂੰ ਰੱਦ ਕਰਕੇ ਕਹਿੰਦਾ ਕਿ ਜਿਹੜੀ ਚੰਗੀ ਕਵਿਤਾ ਉਹਦੇ ਲੱਛਣ ਕੀ ਦੱਸਦਾ ਕਿ ਚੰਗੀ ਕਵਿਤਾ ਨਾ ਜਿਹੜੀ ਉਹਦੇ ਵਿੱਚ ਸਮੂਰਤਤਾ ਹੁੰਦੀ ਹੈ, ਵਿਲੱਖਣਤਾ ਹੁੰਦੀ ਹੈ, ਕਲਪਨਾ ਹੁੰਦੀ ਹੈ, ਅਨੁਭਵ ਦੀ ਪੇਸ਼ਕਾਰੀ ਹੁੰਦੀ ਹੈ। ਸਾਡੀ ਜਿਹੜੀ ਮੱਧਕਾਲੀ ਕਵਿਤਾ ਵੀ ਹੈ ਅਤੇ ਆਧੁਨਿਕ ਕਵਿਤਾ ਵੀ ਆ, ਉਹ ਸ਼ਿਲਪ ਯੋਗਤਾ ਹੈ, ਪ੍ਰਵਾਨ ਨੂੰ ਹੀ ਦੁਬਾਰਾ ਕੱਥਦੀ ਆ ਅਤੇ ਅਮੂਰਤ ਕਰ ਦਿੰਦੀ ਆ।
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਜਿਹੜਾ ਇਹ ਲੇਖ ਆ ਕਿਤੇ ਨਾ ਕਿਤੇ ਮੈਨੂੰ ਨਿੱਜੀ ਤੌਰ 'ਤੇ ਜੇ ਮੈਂ ਕਹਾਂ ਕਿ ਇਹ ਹਰਭਜਨ ਸਿੰਘ ਦਾ ਜਿਹੜਾ ਲੇਖ ਆ ਉਹ ਸਾਰੀ ਦੀ ਸਾਰੀ ਹੀ ਪੰਜਾਬੀ ਕਾਵਿ ਪਰੰਪਰਾ, ਚਾਹੇ ਉਹ ਮੱਧਕਾਲੀ ਕਾਵਿ ਪਰੰਪਰਾ, ਚਾਹੇ ਉਹ ਆਧੁਨਿਕ ਕਾਵਿ ਪਰੰਪਰਾ, ਉਸ 'ਤੇ ਤਾਂ ਕਾਟਾ ਮਾਰਦੀ ਆ, ਉਹਨੂੰ ਤਾਂ ਰੱਦ ਕਰਦੀ ਆ। ਇਹ ਨਾਲ ਦੀ ਨਾਲ ਹੀ ਇਸ ਕਵਿਤਾ ਨੂੰ, ਚਾਹੇ ਉਹ ਮੱਧਕਾਲੀ ਕਵਿਤਾ ਤੇ ਚਾਹੇ ਆਧੁਨਿਕ ਕਵਿਤਾ, ਉਸ ਨੂੰ ਵਡਿਆਉਣ, ਅਚਿਆਉਣ, ਵਿਆਖਿਆ ਦੇਣ ਵਾਲੀ ਆਲੋਚਨਾ ਨੂੰ ਵੀ ਕਾਟੇ ਹੇਠ ਲੈ ਲੈਂਦੀ ਹੈ। ਅਤੇ ਇੱਕ ਤਰ੍ਹਾਂ ਨਾਲ ਨਾ ਤਾਂ ਸੰਤ ਸਿੰਘ ਸੇਖੋਂ ਉਹਨੂੰ ਪਸੰਦ ਆ, ਨਾ ਉਹਨੂੰ ਅੰਮ੍ਰਿਤਾ ਪ੍ਰੀਤਮ ਪਸੰਦ ਆ, ਨਾ ਮੋਹਨ ਸਿੰਘ ਪਸੰਦ ਆ, ਨਾ ਉਹਨੂੰ ਭਾਈ ਵੀਰ ਸਿੰਘ ਪਸੰਦ ਆ, ਨਾ ਉਹਨੂੰ ਵਾਰਿਸ ਸ਼ਾਹ ਪਸੰਦ ਆ, ਨਾ ਉਹਨੂੰ ਬਾਬਾ ਫਰੀਦ ਪਸੰਦ ਆ। ਤਾਂ ਇਸ ਲੜੀ ਨੂੰ ਜਦੋਂ ਅਸੀਂ ਲਗਾਤਾਰ ਦੇਖਦੇ ਹਾਂ ਕਿ ਉਹ ਆਪਣੇ ਲੇਖ ਦੇ ਵਿੱਚ ਵਾਰਿਸ ਸ਼ਾਹ ਤੋਂ ਸ਼ੁਰੂ ਕਰਦਾ, ਬਾਬਾ ਫਰੀਦ ਦਾ ਹਵਾਲਾ ਦਿੰਦਾ, ਭਾਈ ਵੀਰ ਸਿੰਘ ਦਾ ਹਵਾਲਾ ਦਿੰਦਾ, ਮੋਹਨ ਸਿੰਘ ਦਾ ਹਵਾਲਾ ਦਿੰਦਾ, ਸ਼ਿਵ ਕੁਮਾਰ ਦਾ ਜ਼ਿਕਰ ਕਰਦਾ ਅਤੇ ਅੰਮ੍ਰਿਤਾ ਪ੍ਰੀਤਮ ਦਾ ਜ਼ਿਕਰ ਕਰਦਾ, ਤਾਂ ਕਿਤੇ ਮੈਨੂੰ ਨਿੱਜੀ ਤੌਰ 'ਤੇ ਮਹਿਸੂਸ ਹੋਇਆ ਕਿ ਹਰਭਜਨ ਸਿੰਘ ਕਵੀ ਸੀ ਅਤੇ ਆਲੋਚਕ ਸੀ, ਅਤੇ ਉਹ ਆਪਣੀ ਕਵਿਤਾ ਦੇ ਲਈ ਆਪਣੇ ਤੋਂ ਪਹਿਲਾਂ ਪ੍ਰਾਪਤ ਕਵਿਤਾ, ਚਾਹੇ ਉਹ ਮੋਹਨ ਸਿੰਘ ਦੀ ਆ, ਚਾਹੇ ਅੰਮ੍ਰਿਤਾ ਪ੍ਰੀਤਮ ਦੀ ਆ, ਚਾਹੇ ਸ਼ਿਵ ਕੁਮਾਰ ਦੀ ਆ, ਇੱਕ ਪਾਸੇ ਤਾਂ ਉਹਨਾਂ ਨੂੰ ਰੱਦ ਕਰਦਾ, ਦੂਸਰੇ ਪਾਸੇ ਉਹ ਆਲੋਚਕ ਆ, ਅਤੇ ਆਲੋਚਕ ਹੋਣ ਕਰਕੇ ਉਹ ਸੰਤ ਸਿੰਘ ਸੇਖੋਂ ਦੀ, ਕਿਸ਼ਨ ਸਿੰਘ ਦੀ, ਅਤਰ ਸਿੰਘ ਦੀ ਆਲੋਚਨਾ ਨੂੰ ਰੱਦ ਕਰਕੇ ਆਪਣੀ ਆਲੋਚਨਾ ਨੂੰ ਜਾਇਜ਼ ਮੰਨਦਾ। ਇਸ ਲੇਖ ਦੇ ਵਿੱਚ ਹਰਭਜਨ ਸਿੰਘ ਦੇ ਵਿੱਚ ਕਿਤੇ ਨਾ ਕਿਤੇ ਸੰਤੁਲਨ ਗਾਇਬ ਆ, ਤਾਂ ਇੱਕ ਪਾਸੜ ਹੋ ਕੇ ਉਹ ਸਾਰੀ ਦੀ ਸਾਰੀ ਪੰਜਾਬੀ ਕਵਿਤਾ, ਇੱਕ ਤਰ੍ਹਾਂ ਨਾਲ ਕਿਹਾ ਜਾ ਸਕਦਾ ਕਿ ਆਪਣੇ ਤੋਂ ਹਰਭਜਨ ਸਿੰਘ ਦੀ ਆਪਣੀ ਕਵਿਤਾ ਤੋਂ ਇਲਾਵਾ ਬਾਕੀ ਸਾਰੀ ਕਵਿਤਾ ਨੂੰ ਉਹ ਕਹਿ ਦਿੰਦਾ ਕਿ ਉਹ ਠਹਿਰਾਓ ਦੀ ਕਵਿਤਾ ਹੈ, ਜਮੂਦ ਦੀ ਕਵਿਤਾ ਹੈ, ਸਥਿਰਤਾ ਦੀ ਕਵਿਤਾ ਹੈ, ਉਹਦੇ ਵਿੱਚ ਸਿਰਫ ਭਾਸ਼ਕ ਯੁਗਤਾਂ ਹੈ, ਵਿਚਾਰ ਦੀ ਨਵੀਨਤਾ ਨਹੀਂ ਆ। ਇਹ ਹਰਭਜਨ ਸਿੰਘ ਦਾ ਮੱਤ ਆ। ਇਸ ਮੱਤ ਨਾਲ ਤੁਸੀਂ ਕਿੰਨੇ ਕੁ ਸਹਿਮਤ ਆ ਜਾਂ ਨਹੀਂ ਸਹਿਮਤ, ਇਸ ਦੇ ਲਈ ਮੈਂ ਚਾਹੁੰਦਾ ਕਿ ਤੁਸੀਂ ਹਰਭਜਨ ਸਿੰਘ ਦਾ ਸਾਰੀਆਂ ਰਚਨਾਵਾਂ ਹੀ ਪੜ੍ਹੋ ਅਤੇ ਇਹਨਾਂ ਮਾਪਦੰਡਾਂ 'ਤੇ ਤੁਸੀਂ ਉਹਨਾਂ ਦੀ ਕਾਵਿ ਨੂੰ ਪਰਖੋ, ਅਤੇ ਉਹਦੀ ਆਪਣੀ ਕਵਿਤਾ ਦੇ ਵਿੱਚ ਵੀ ਇਹ ਦੋਸ਼ ਤਾਂ ਲੱਭ ਜਾਣਗੇ। ਪਰ ਜੇ ਅਸੀਂ ਉਹਦੀ ਆਲੋਚਨਾ ਨੂੰ ਪੜ੍ਹਨਾ ਤਾਂ ਸਾਰੀ ਆਲੋਚਨਾ ਨੂੰ ਪੜ੍ਹੀਏ। ਪਰ ਪਾਰਗਾਮੀ ਦਾ ਕਮ ਸੇ ਕਮ ਜਿਹੜਾ ਇਹ ਲੇਖ ਹੈਗਾ, ਇਹ ਮੈਨੂੰ ਲੱਗਿਆ ਕਿ ਹਰਭਜਨ ਸਿੰਘ ਨੇ ਧਾਰਨਾਵਾਂ ਉਹਦੀਆਂ ਠੀਕ ਆ ਕਿ ਕਵਿਤਾ ਦੇ ਵਿੱਚ ਨਵੀਨਤਾ ਹੋਣੀ ਚਾਹੀਦੀ ਆ, ਵਿਚਾਰਾਂ ਦਾ ਵਿਕਾਸ ਹੋਣਾ ਚਾਹੀਦਾ, ਕਵਿਤਾ ਜਿਹੜੀ ਉਹਦੇ ਵਿੱਚ ਕਲਪਨਾ ਹੋਣੀ ਚਾਹੀਦੀ ਆ, ਨਵਾਂ ਅਨੁਭਵ ਹੋਣਾ ਚਾਹੀਦਾ, ਪਰ ਪ੍ਰਗਟਾਓ ਨੂੰ, ਭਾਸ਼ਕ ਪ੍ਰਗਟਾਓ ਨੂੰ, ਕਲਾਤਮਕ ਜੁਗਤਾਂ ਨੂੰ, ਛੰਦ ਨੂੰ, ਤਕਾਂਤ ਨੂੰ, ਬਿੰਬਾਂ ਨੂੰ, ਪ੍ਰਤੀਕਾਂ ਨੂੰ ਇੱਕ ਵਾਢ ਇਹਦੇ ਵਿੱਚ ਰੱਦ ਕਰ ਦਿੱਤਾ। ਜੇ ਨਵਾਂ ਅਨੁਭਵ ਆਊਗਾ ਤਾਂ ਨਵੇਂ ਬਿੰਬ ਵੀ ਲੈ ਕੇ ਆਊਗਾ, ਤਾਂ ਉਹਨਾਂ ਬਿੰਬਾਂ ਨੂੰ ਤਾਂ ਫਿਰ ਉਹ ਕਹਿ ਦੂਗਾ ਕਿ ਇਹ ਤਾਂ ਭਾਸ਼ਕ ਜੁਗਤਾਂ ਹੈ। ਮੇਰਾ ਖਿਆਲ ਆ ਕਿ ਇਸ ਲੇਖ ਦੇ ਵਿੱਚ ਪਤਾ ਨਹੀਂ ਕੀ ਕਾਰਨ ਆ ਕਿ ਹਰਭਜਨ ਸਿੰਘ ਆ ਜਿਹੜਾ ਉਹ ਸੰਤੁਲਿਤ ਦ੍ਰਿਸ਼ਟੀਕੋਣ ਨੂੰ ਛੱਡ ਦਿੰਦਾ, ਇੱਕ ਪਾਸੜ ਹੋ ਜਾਂਦਾ। ਸ਼ਾਇਦ ਉਹਦਾ ਕਾਰਨ ਇਹ ਹੋਵੇ ਕਿ ਉਹ ਆਪਣੀ ਕਵਿਤਾ ਅਤੇ ਆਪਣੀ ਆਲੋਚਨਾ ਨੂੰ ਸਥਾਪਿਤ ਕਰਨਾ ਚਾਹੁੰਦਾ ਸੀ, ਇਸ ਲਈ ਜ਼ਰੂਰੀ ਬਣ ਗਿਆ ਸੀ ਕਿ ਆਪਣੀ ਪੂਰਵਲੀ ਕਵਿਤਾ ਅਤੇ ਪੂਰਵਲੀ ਜਿਹੜੀ ਆਲੋਚਨਾ ਹੈ ਉਸ ਨੂੰ ਉਹ ਰੱਦ ਕਰੇ। ਮੈਨੂੰ ਕੁਝ ਇਸ ਜਿਹੜਾ ਉਹਦਾ ਲੇਖ ਆ ਉਹ ਇਸ ਤਰ੍ਹਾਂ ਸਮਝ ਆਉਂਦਾ ਹੈਗਾ। ਜੇ ਉਸ ਵਿੱਚੋਂ ਕੋਈ ਚੰਗੀ ਗੱਲ ਪ੍ਰਾਪਤ ਕਰਨੀ ਹੋਵੇ ਤਾਂ ਇਹ ਹੀ ਆ ਕਿ ਕਵਿਤਾ ਕੇਵਲ ਭਾਸ਼ਕ ਜੁਗਤਾ ਨਹੀਂ, ਕੇਵਲ ਪ੍ਰਗਟਾਓ ਨਹੀਂ, ਨਾ ਜ਼ਿੰਦਗੀ ਦਾ ਅਤੇ ਨਾ ਵਾਰਤਕ ਟੁਕੜੇ ਦਾ ਪ੍ਰਗਟਾਓ ਨਹੀਂ, ਉਹਦੇ ਵਿੱਚ ਸਿਰਜਣਾ ਹੋਣੀ ਚਾਹੀਦੀ ਹੈ। ਇਹ ਗੱਲ ਹਰਭਜਨ ਸਿੰਘ ਦੀ ਮੰਨੀ ਜਾ ਸਕਦੀ ਹੈ। ਅਗਲੀ ਗੱਲ ਕਿ ਸਿਰਜਣਾ ਦੇ ਲਈ ਨਵੇਂ ਅਨੁਭਵ ਦੀ ਜ਼ਰੂਰਤ ਆ ਅਤੇ ਉਸ ਦੇ ਨਾਲ ਕਲਪਨਾ ਦਾ ਸੁਮੇਲ ਹੋਣਾ ਚਾਹੀਦਾ ਅਤੇ ਨਵੇਂ ਵਿਚਾਰਾਂ ਦਾ ਇੱਕ ਵਿਕਾਸ ਦਿਖਣਾ ਚਾਹੀਦਾ। ਪਰ ਇਹ ਜਦੋਂ ਦਰਸਾਉਣਾ ਤਾਂ ਇਸ ਦਰਸਾਉਣ ਦੇ ਲਈ ਕਵੀ ਕਿਹੜਾ ਛੰਦ ਵਰਤਦਾ, ਕਿਹੜੇ ਤਕਾਂਤ ਵਰਤਦਾ, ਕਿਹੜੀਆਂ ਭਾਸ਼ਕ ਜੁਗਤਾਂ ਵਰਤਦਾ, ਕਿਵੇਂ ਉਹ ਆਪਣੀ ਕਲਪਨਾ ਨੂੰ ਸਾਕਾਰ ਕਰਨ ਲਈ ਬਿੰਬਾਂ ਦੀ ਚੋਣ ਕਰਦਾ, ਅਲੰਕਾਰਾਂ ਦੀ ਚੋਣ ਕਰਦਾ, ਕਿਵੇਂ ਪ੍ਰਤੀਕਾਂ ਵਿੱਚ ਆਪਣੇ ਵਿਚਾਰਾਂ ਨੂੰ ਢਾਲਦਾ, ਤਾਂ ਇਹ ਜਿਹੜਾ ਕੁਝ ਆ ਇਹ ਤਾਂ ਕਵੀ ਕਰਦਾ। ਤਾਂ ਮੈਨੂੰ ਲੱਗਦਾ ਹੈਗਾ ਕਿ ਇਸ ਲੇਖ ਨੂੰ ਇਸ ਦ੍ਰਿਸ਼ਟੀਕੋਣ ਤੋਂ ਤੁਸੀਂ ਇੱਕ ਵਾਰ ਖੁਦ ਪੜ੍ਹੋ, ਇਸ ਬਾਰੇ ਵਿਚਾਰ ਬਣਾਓ ਅਤੇ ਆਪਣੀ ਰਾਏ ਆ ਜਿਹੜੀ ਉਹ ਤੁਸੀਂ ਚੈਨਲ ਉੱਤੇ ਵੀ ਮੈਨੂੰ ਸਿੱਧੇ ਤੌਰ 'ਤੇ ਵੀ ਦੱਸ ਸਕਦੇ ਆ। ਇਸ ਨਾਲ ਜਿਹੜੇ ਕਾਵਿ ਪ੍ਰਤੀ ਸਾਡੀ ਸਮਝ ਆ ਉਹ ਇੱਕ ਨਵੇਂ ਪੜਾਅ 'ਤੇ ਜਾਊਗੀ। ਅਸੀਂ ਅਗਲੇ ਪੜਾਅ ਵੱਲ ਵਧਾਂਗੇ। ਮਿਹਰਬਾਨੀ, ਸ਼ੁਕਰੀਆ।